Hello students, and I welcome you again in this channel of economics। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਆਪਣਾ ਦੋ ਚੀਜ਼ਾਂ ਨਾਲ ਰਿਲੇਟ ਕਰੇਗਾ, ਕਿਉਂਕਿ ਕੱਲ ਆਪਾਂ ਜੋ ਗੱਲ ਕੀਤੀ ਸੀ ਆਪਣੇ ਲਾਸਟ ਲੈਕਚਰ ਦੇ ਵਿੱਚ ਉਹ ਕੀਤੀ ਸੀ ਕਿ ਵਿਅਸ਼ਟੀ ਅਰਥਸ਼ਾਸਤਰ ਕੀ ਹੁੰਦਾ ਹੈ, ਸਮਸ਼ਟੀ ਅਰਥਸ਼ਾਸਤਰ ਕੀ ਹੁੰਦਾ ਹੈ, ਵਿਅਸ਼ਟੀ ਤੇ ਸਮਸ਼ਟੀ ਅਰਥਸ਼ਾਸਤਰ ਦੇ ਵਿੱਚ ਕੀ ਅੰਤਰ ਹੈ। ਅੱਜ ਆਪਾਂ ਗੱਲ ਕਰਾਂਗੇ ਕਿ ਵਿਅਸ਼ਟੀ ਤੇ ਸਮਸ਼ਟੀ ਅਰਥਸ਼ਾਸਤਰ ਦਾ ਖੇਤਰ ਕੀ ਹੈ। ਤਾਂ ਅੱਜ ਦਾ ਆਪਣਾ ਜੋ ਟੌਪਿਕ ਹੈ ਉਹ ਕੀ ਹੈ, ਉਹ ਹੈ ਖੇਤਰ। ਖੇਤਰ ਕਿਸ ਚੀਜ਼ ਦਾ? ਵਿਅਸ਼ਟੀ ਅਰਥਸ਼ਾਸਤਰ ਦਾ ਤੇ ਸਮਸ਼ਟੀ ਅਰਥਸ਼ਾਸਤਰ ਦਾ। ਹੁਣ ਵਿਅਸ਼ਟੀ ਤੇ ਸਮਸ਼ਟੀ ਅਰਥਸ਼ਾਸਤਰ ਦਾ ਖੇਤਰ ਪੜ੍ਹਨ ਤੋਂ ਪਹਿਲਾਂ ਆਪਣੇ ਵਾਸਤੇ ਇਹ ਜਾਣਨਾ ਜ਼ਰੂਰੀ ਹੈ ਕਿ ਐਕਚੁਅਲੀ ਖੇਤਰ ਤੋਂ ਮਤਲਬ ਕੀ ਹੁੰਦਾ ਹੈ, ਵੀ ਖੇਤਰ ਕੀ ਹੈ। ਆਪਾਂ ਆਮ ਤੌਰ ਤੇ ਮੈਥਸ ਦੇ ਵਿੱਚ ਆਪਾਂ ਖੇਤਰਫਲ ਮਾਪਦੇ ਆ। ਆਪਾਂ ਕਿਸੇ ਵੀ ਆਇਤ ਦਾ, ਕਿਸੇ ਵੀ ਤ੍ਰਿਭੁਜ ਦਾ, ਕਿਸੇ ਵੀ ਚਤੁਰਭੁਜ ਦਾ ਆਪਾਂ ਖੇਤਰ ਮਾਪਦੇ ਹਾਂ। ਜਿਵੇਂ ਅਗਰ ਮੈਂ ਕਹਾਂ ਕਿ ਆ ਮੰਨ ਲਓ ਇੱਕ ਜਿਹੜਾ ਹੈ ਉਹ ਵਰਗ ਹੈ, ਤਾਂ ਆਪਾਂ ਇਹਦਾ ਕੀ ਕਰਨਾ ਹੈ, ਆਪਾਂ ਇਹਦਾ ਖੇਤਰਫਲ ਮਾਪਣਾ ਹੈ। ਤਾਂ ਖੇਤਰਫਲ ਮਾਪਣ ਦਾ ਫਾਰਮੂਲਾ ਕੀ ਹੁੰਦਾ ਹੈ? ਆਪਾਂ ਕੀ ਕਰਦੇ ਆ, ਆਪਾਂ ਕਹਿੰਦੇ ਆ ਕਿ ਲੋ ਜੀ ਖੇਤਰਫਲ ਕਿੰਨੇ ਬਰਾਬਰ ਹੈ, ਲੰਬਾਈ ਗੁਣਾ ਚੌੜਾਈ ਦੇ ਬਰਾਬਰ। ਤਾਂ ਜੋ ਵੀ ਆंसर ਆਏਗਾ ਉਹ ਕੀ ਹੋ ਜਾਏਗਾ, ਆਪਣਾ ਖੇਤਰਫਲ ਹੋ ਜਾਏਗਾ। ਮੰਨ ਲਓ ਮੈਂ ਕਹਿੰਦਾ ਕਿ ਆ 5 ਮੀਟਰ ਹੈ, ਆ 5 ਮੀਟਰ ਹੈ, ਆ 5 ਮੀਟਰ ਹੈ ਤੇ ਆ 5 ਮੀਟਰ ਹੈ। ਕਹਿੰਦਾ ਖੇਤਰਫਲ ਕਿਵੇਂ ਹੋਏਗਾ? ਮੈਂ ਕਹਿੰਦਾ ਲੰਬਾਈ ਗੁਣਾ ਚੌੜਾਈ। ਤਾਂ 5 ਗੁਣਾ 5 ਕੀ ਹੋ ਗਿਆ, ਇਹਦਾ ਖੇਤਰਫਲ ਹੋ ਗਿਆ। ਯਾਨੀ ਇਹਦਾ ਖੇਤਰਫਲ ਕਿੰਨਾ ਆ ਗਿਆ ਆਪਣੇ ਕੋਲ, 25 ਆ ਗਿਆ। ਹੁਣ ਖੇਤਰਫਲ ਦਾ ਮਤਲਬ ਕੀ ਹੈ? ਮੈਂ ਕਹਿੰਦਾ ਕਿ ਆ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਸ਼ੇਡ ਕਰਦਾ ਪਿਆ ਉਹ ਇਸ ਵਰਗ ਦੇ ਖੇਤਰਫਲ ਦੇ ਅੰਦਰ ਆਉਂਦੀਆਂ ਨੇ। ਤਾਂ ਖੇਤਰਫਲ ਕੀ ਹੁੰਦਾ ਹੈ, ਵੀ ਕੋਈ ਚੀਜ਼ ਜਿਹੜੀ ਹੈ ਉਹ ਕਿੱਥੋਂ ਲੈ ਕੇ ਕਿੱਥੇ ਤੱਕ ਜਾਂਦੀ ਹੈ। ਯਾਨੀ ਹੁਣ ਮੈਂ ਕਹਾਂ ਕਿ ਆ ਜਿਹੜਾ ਵਰਗ ਹੈ ਇਹ ਕਿੱਥੋਂ ਸ਼ੁਰੂ ਹੋਇਆ, ਇੱਥੋਂ ਸ਼ੁਰੂ ਹੋਇਆ, ਕਿੱਥੇ ਖਤਮ ਹੋਇਆ, ਇੱਥੇ ਖਤਮ ਹੋਇਆ। ਤਾਂ ਇੱਥੋਂ ਸ਼ੁਰੂ ਹੋਇਆ ਤਾਂ ਇੱਥੇ ਖਤਮ ਹੋਇਆ। ਯਾਨੀ ਇਹਦਾ ਖੇਤਰਫਲ ਜਿਹੜਾ ਹੈ ਉਹ ਇੱਥੋਂ ਲੈ ਕੇ ਇੰਨੀ ਤੱਕ, ਇੱਥੋਂ ਲੈ ਕੇ ਇੰਨੀ ਤੱਕ ਹੈ। ਯਾਨੀ ਇਹ ਜਿਹੜਾ ਵਰਗ ਹੈ ਇਸ ਬਿੰਦੂ ਤੋਂ ਬਾਹਰ ਨਹੀਂ ਜਾ ਸਕਦਾ, ਇਸ ਬਿੰਦੂ ਤੋਂ ਵੀ ਬਾਹਰ ਨਹੀਂ ਜਾ ਸਕਦਾ। ਸੇਮ ਇਹੀ ਚੀਜ਼ ਜਿਹੜੀ ਹੈ ਉਹ ਆਪਾਂ ਕੀ ਕਰਨੀ ਹੈ, ਜਦੋਂ ਆਪਾਂ ਵਿਅਸ਼ਟੀ ਤੇ ਸਮਸ਼ਟੀ ਅਰਥਸ਼ਾਸਤਰ ਦਾ ਖੇਤਰ ਨਾਪਣਾ ਹੈ ਉਹਦੇ ਵਿੱਚ ਆਪਾਂ ਇਹੀ ਚੀਜ਼ ਲਗਾਵਾਂਗੇ ਕਿ ਅਗਰ ਮੈਂ ਕਹਾਂ ਕਿ ਇਹ ਵਰਗ ਜਿਹੜਾ ਹੈ ਉਹ ਕੀ ਹੈ, ਉਹ ਵਿਅਸ਼ਟੀ ਅਰਥਸ਼ਾਸਤਰ ਹੈ। ਇਹਦਾ ਮਤਲਬ ਕੀ ਹੋਏਗਾ, ਮੈਂ ਇਹ ਚੀਜ਼ ਦੇਖਾਂਗਾ ਕਿ ਜਿਹੜਾ ਵਿਅਸ਼ਟੀ ਅਰਥਸ਼ਾਸਤਰ ਹੈ ਉਹ ਕਿੱਥੋਂ ਲੈ ਕੇ ਕਿੱਥੇ ਤੱਕ ਜਾਂਦਾ ਹੈ, ਇੱਥੋਂ ਲੈ ਕੇ ਇੱਥੇ ਤੱਕ ਕਿੰਨਾ ਜਾਂਦਾ ਹੈ। ਜੇ ਮੈਂ ਕਹਾਂ ਕਿ ਇਹ ਸਮਸ਼ਟੀ ਅਰਥਸ਼ਾਸਤਰ ਹੈ ਤਾਂ ਮੈਂ ਕੀ ਦੇਖੂੰਗਾ, ਵੀ ਸਮਸ਼ਟੀ ਅਰਥਸ਼ਾਸਤਰ ਜਿਹੜਾ ਹੈ ਉਹ ਕਿੱਥੋਂ ਲੈ ਕੇ ਕਿੱਥੇ ਤੱਕ ਜਾਂਦਾ ਹੈ। ਮਤਲਬ ਆਪਾਂ ਖੇਤਰਫਲ ਦੇ ਵਿੱਚ ਕੀ ਕਰਾਂਗੇ, ਜਿਹੜੇ ਆਪਣੇ ਕੋਲ ਅਰਥਸ਼ਾਸਤਰ ਦੇ ਦੋ ਭਾਗ ਨੇ, ਵਿਅਸ਼ਟੀ ਅਰਥਸ਼ਾਸਤਰ ਤੇ ਸਮਸ਼ਟੀ ਅਰਥਸ਼ਾਸਤਰ, ਆਪਾਂ ਇਹਨਾਂ ਦੋਨਾਂ ਦਾ ਏਰੀਆ ਫਿਕਸ ਕਰਨ ਵਾਲੇ ਹਾਂ। ਮਤਲਬ ਉਹ ਚੀਜ਼ਾਂ ਫਿਕਸ ਕਰਨ ਵਾਲੇ ਹਾਂ ਜਿਹੜੀਆਂ ਵਿਅਸ਼ਟੀ ਅਰਥਸ਼ਾਸਤਰ ਦੇ ਵਿੱਚ ਆਉਣਗੀਆਂ ਤੇ ਸਮਸ਼ਟੀ ਅਰਥਸ਼ਾਸਤਰ ਦੇ ਵਿੱਚ ਆਉਣਗੀਆਂ। ਖੇਤਰਫਲ ਤੋਂ ਮਤਲਬ ਕੀ ਹੋਇਆ, ਏਰੀਆ। ਏਰੀਆ ਮਤਲਬ ਵੀ ਆਪਾਂ ਕਿਹੜੇ ਕਿਹੜੇ ਟੌਪਿਕ ਜਿਹੜੇ ਨੇ ਉਹ ਵਿਅਸ਼ਟੀ ਅਰਥਸ਼ਾਸਤਰ ਚ ਪੜਾਂਗੇ, ਉਹ ਸਾਰੇ ਕੀ ਹੋ ਜਾਣਗੇ, ਉਹ ਵਿਅਸ਼ਟੀ ਅਰਥਸ਼ਾਸਤਰ ਦਾ ਖੇਤਰ ਵਿੱਚ ਹੋ ਜਾਣਗੇ। ਜਿਹੜੇ ਟੌਪਿਕ ਆਪਾਂ ਸਮਸ਼ਟੀ ਅਰਥਸ਼ਾਸਤਰ ਦੇ ਵਿੱਚ ਪੜ੍ਹਨੇ ਨੇ ਉਹ ਸਾਰੇ ਟੌਪਿਕ ਕਿੰਨੇ ਖੇਤਰਫਲ ਚ ਆ ਜਾਣਗੇ, ਉਹ ਸਮਸ਼ਟੀ ਅਰਥਸ਼ਾਸਤਰ ਦੇ ਖੇਤਰਫਲ ਵਿੱਚ ਜਿਹੜਾ ਹੈ ਉਹ ਆ ਜਾਣਗੇ। ਹੁਣ ਉਹ ਜਿਹੜੇ ਟੌਪਿਕ ਨੇ ਉਹ ਕਿਹੜੇ ਕਿਹੜੇ ਨੇ, ਆਪਾਂ ਉਹਨਾਂ ਦੀ ਗੱਲ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ। ਉਹਦੇ ਵਾਸਤੇ ਆਪਾਂ ਕੀ ਕਰਾਂਗੇ, ਕੱਲ ਤਰ੍ਹਾਂ ਆਪਾਂ ਵਿਚਕਾਰ ਇੱਕ ਲਾਈਨ ਲਗਾ ਲੈਂਦੇ ਆ। ਇੱਕ ਪਾਸੇ ਆਪਾਂ ਲਿਖ ਦਿੰਦੇ ਹਾਂ ਵਿਅਸ਼ਟੀ ਅਰਥਸ਼ਾਸਤਰ, ਇੱਕ ਪਾਸੇ ਆਪਾਂ ਲਿਖ ਦਿੰਦੇ ਆ ਸਮਸ਼ਟੀ ਅਰਥਸ਼ਾਸਤਰ। ਤਾਂ ਹੁਣ ਜਿਹੜੀਆਂ ਚੀਜ਼ਾਂ ਆਪਾਂ ਵਿਅਸ਼ਟੀ ਅਰਥਸ਼ਾਸਤਰ ਚ ਪੜ੍ਹਨੀਆਂ ਨੇ ਉਹ ਸਾਰੀਆਂ ਆਪਾਂ ਇੱਧਰ ਲਿਖ ਦਿਆਂਗੇ। ਉਹ ਕਿੰਨਾ ਖੇਤਰਫਲ ਬਣ ਜਾਏਗਾ, ਵਿਅਸ਼ਟੀ ਅਰਥਸ਼ਾਸਤਰ ਦਾ। ਜਿਹੜੀਆਂ ਚੀਜ਼ਾਂ ਆਪਾਂ ਸਮਸ਼ਟੀ ਅਰਥਸ਼ਾਸਤਰ ਵਿੱਚ ਪੜ੍ਹਨੀਆਂ ਨੇ ਉਹ ਆਪਾਂ ਇੱਧਰ ਲਿਖ ਦਿਆਂਗੇ। ਉਹ ਖੇਤਰਫਲ ਕਿੰਨਾ ਬਣ ਜਾਏਗਾ, ਉਹ ਸਮਸ਼ਟੀ ਅਰਥਸ਼ਾਸਤਰ ਦਾ ਖੇਤਰ ਜਿਹੜਾ ਹੈ ਉਹ ਬਣ ਜਾਏਗਾ। ਖੇਤਰ ਦਾ ਮੀਨਿੰਗ ਜਿਹੜਾ ਹੈ ਉਹ
क्लियर होना चाहिए कि किहड़ियां चीज़ां नूं व्यष्टि अर्थशास्त्र च शामिल करना है, किहड़ियां चीज़ां नूं समष्टि अर्थशास्त्र च शामिल करना है। जेकर आपां नूं इन्हां दोनां जिहड़े अर्थशास्त्र ने उन्हां दी परिभाषा याद रहेगी तां जिहड़ा खेतर है उहनूं वंडना सौखा हो जाएगा। किवें हो जाएगा भी जिहड़ियां चीज़ां तां एक बंदे नाल रिलेटेड ने, एक परिवार नाल रिलेटेड ने, एक फर्म, एक उद्योग, वो सारियां चीज़ां किन्ने च आउणगीआं व्यष्टि अर्थशास्त्र दे विच। जिहड़ियां पूरी दी पूरी अर्थव्यवस्था दे नाल संबंधित ने वो किधर जाणगीआं, वो समष्टि अर्थशास्त्र विच जाणगीआं। इन्हां दोनां दा खेतर याद करन दा सब तो सौखा तरीका की है, तुसीं अपनी किताब दा जिहड़ा इंडेक्स है वो निकाल लो। हुण अगर आपां इंडेक्स देखिए तो इंडेक्स दे विच की होएगा, तो कुछ चैप्टर जिहड़े ने वो व्यष्टि अर्थशास्त्र दे विच लिखे होणगे, कुछ चैप्टर जिहड़े ने वो समष्टि अर्थशास्त्र विच लिखे होणगे। हुण आपां जिहड़े व्यष्टि अर्थशास्त्र च चैप्टर लिखे ने उहनूं आपां समष्टि विच नहीं पा सकदे ते समष्टि वालियां नूं आपां व्यष्टि च नहीं पा सकदे। क्यों नहीं पा सकदे? क्योंकि जिहड़े व्यष्टि अर्थशास्त्र दे चैप्टर लिखे हुए ने वो सारे किहदे नाल संबंधित होणगे, एक चीज नाल। जिहड़े समष्टि च चैप्टर लिखे होणगे वो किहदे नाल संबंधित होणगे, पूरी दी पूरी अर्थव्यवस्था दे नाल। हुण अगर कोई चैप्टर व्यष्टि अर्थशास्त्र विच लिखिया होया है, क्यों लिखिया है? क्योंकि वो व्यष्टि दे खेतर विच आंदा है। वो समष्टि इस करके नहीं लिखिया क्योंकि वो समष्टि के खेतर विच नहीं आंदा। ऐसे तरह ही अगर कोई चैप्टर जिहड़ा है वो समष्टि विच लिखिया होया है, ਇਹਦਾ मतलब अपने अर्थशास्त्री ये मन के चलते ने भी वो जिहड़ा चैप्टर है उनका संबंध पूरी दी पूरी अर्थव्यवस्था दे नाल है, तो उन्हें किधर होना चाहिए, समष्टि विच होना चाहिए। वो एक बंदे नाल रिलेटेड नहीं हैगा, मतलब उन्हें व्यष्टि दे विच नहीं होना चाहिए। ठीक हो गया? तो सब तो सौखा तरीका की है भी जिहड़े तुहाडे चैप्टर ने वो सारे चैप्टर दे नाम याद कर लो। जिहड़े व्यष्टि विच सारे चैप्टर्स दे नाम लिखे ने वो की ने, वो व्यष्टि अर्थशास्त्र दा खेतर है। जिहड़े समष्टि विच सारे चैप्टर लिखे हुए ने वो की ने, वो समष्टि अर्थशास्त्र दा खेतर जिहड़ा वो बन जांदा है। हुण इहदे विच जिहड़े चैप्टर लिखे हुए ने आपां उन्हां सारे चैप्टर्स दी गल एक एक करके करांगे ते उन्हां सारे चैप्टर दे आधार ते ही आपां की करांगे, व्यष्टि दा ते समष्टि दा आपां खेतरफल जिहड़ा वो बना लांगे। तां अगर आपां सब तो पहली गल इहदे विच करिए कि जिहड़ा तुहाडा व्यष्टि अर्थशास्त्र है वो कित्थों शुरू हुंदा है, वो हुंदा है सब तो पहला तां दी जान पहचान तो। पहला चैप्टर ही जिहड़ा है जान पहचान वाला। अगला की हो जाएगा, केंद्रीय समस्यावां शुरू हो जाणगीआं। उस तो बाद वाले जिहड़े चैप्टर ने वो अपने व्यष्टि अर्थशास्त्र दे खेतरफल दे विच शुरू हो जांदे ने। उहदे च की होएगा, आपां उहदे च लिखांगे कि व्यष्टि अर्थशास्त्र की करदा है, सब तो पहला अपने आप दे विच जिहड़ा मंग दा सिद्धांत है ओनू शामिल करदा है। हुण सोचण वाली गल है कि मंग कौन करेगा, बाजार दे विच जाके चीज नू कौन खरीदेगा? वो बंदा खरीदेगा जिहड़ा उस चीज नू वरतन वाला है। हुण जो बंदा चीज नू वरतदा है वो कौन हुंदा है? आपां अपने पिछले लेक्चर दे विच गल कर चुके हां कि जिहड़ा बंदा किसी भी चीज दी वरतों करदा है उहनूं आपां की कहने आ, उपभोक्ता। तो अगर आपां तीसरा चैप्टर देखिए तो वो की है, वो है उपभोक्ता दे नाल संबंधित है। हुण उपभोक्ता ने की करनी है, चीज़ां दी वरतों करनी है। वरतों करने वास्ते की करना पड़ेगा, उन्हां चीज़ां नूं पहला बाजार तो खरीदना पड़ेगा, मतलब उन्हां दी मंग करनी पड़ेगी। अगला चैप्टर की आ गया, मंग दा सिद्धांत। हुण मंग जिहड़ी है वो बड़े सारे तत्तां ते निर्भर करती है, जिवें अपनी आमदन दे, अपने रीति रिवाज दे, अपनी टेस्ट दे ऊपर, अपने फैशन दे ऊपर, अपने मौसम दे ऊपर बड़ियां सारियां चीज़ां ते निर्भर करती है। पर इन्हां सारियां चीज़ां दे विचों जिहड़ी सब तो मेन चीज़ है, जिहड़ी मंग नूं प्रभावित करती है, वो हुंदी है उस चीज़ दी कीमत। अगला चैप्टर देखोगे वो आएगा मंग दी लोच। इहदे च आपां ये देखांगे कि मंग नूं प्रभावित करन वाले तत्त जिहड़े ने वो किहड़े-किहड़े हैगे ने ते मंग नूं ये किवें प्रभावित करदे ने।
ਤੇ ਨਾਲ ਦੇ ਨਾਲ ਕਿੰਨਾ ਪ੍ਰਭਾਵਿਤ ਕਰਦੇ ਨੇ। ਇਹ ਦੋ ਚੀਜ਼ਾਂ ਆਪਾਂ ਉਹਦੇ 'ਚ ਦੇਖਾਂਗੇ। ਤਾਂ ਉਪਭੋਗਤਾ ਵਾਲਾ ਚੈਪਟਰ, ਮੰਗ ਵਾਲਾ ਚੈਪਟਰ, ਮੰਗ ਦੀ ਲੋਚ ਵਾਲਾ ਚੈਪਟਰ, ਇਹ ਤਿੰਨ ਚੈਪਟਰ ਜਿਹੜੇ ਨੇ ਇਹ ਕਿਹਦੇ ਨਾਲ ਸੰਬੰਧਿਤ ਨੇ? ਉਪਭੋਗਤਾ ਦੇ ਨਾਲ। ਉਪਭੋਗਤਾ ਦਾ ਕੰਮ ਕੀ ਹੈ? ਮੰਗ ਕਰਨਾ। ਤਾਂ ਵਿਅਸ਼ਟੀ ਅਰਥ ਸ਼ਾਸਤਰ ਕੀ ਪੜ੍ਹੇਗਾ? ਮੰਗ ਦਾ ਸਿਧਾਂਤ। ਹੁਣ ਇਹਦੇ 'ਚ ਆਪਾਂ ਕੀ ਪੜਾਂਗੇ? ਆਪਾਂ ਦੇਖਾਂਗੇ ਮੰਗ ਕੀ ਹੁੰਦੀ ਹੈ, ਕਿੰਨੀ ਤਰ੍ਹਾਂ ਦੀ ਹੁੰਦੀ ਹੈ, ਮੰਗ ਕੌਣ ਕਰਦਾ ਹੈ, ਜਦੋਂ ਮੰਗ ਕਰਦਾ ਹੈ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਮੰਗ ਦੇ ਸਿਧਾਂਤ ਦੇ ਵਿੱਚ ਪੜਾਂਗੇ। ਹੁਣ ਅਗਲਾ ਕੀ ਆਏਗਾ? ਅਗਲਾ ਜਿਹੜਾ ਹੈ ਉਹ ਇਹਦੇ ਨਾਲ ਹੀ ਜੁੜਿਆ ਹੋਇਆ ਹੈ। ਇੱਕ ਉਪਭੋਗਤਾ ਨੇ ਮੰਗ ਕਰਨੀ ਹੈ, ਬਾਜ਼ਾਰ ਵਿੱਚ ਜਾ ਕੇ ਚੀਜ਼ਾਂ ਨੂੰ ਖਰੀਦਣਾ ਹੈ। ਜੇ ਖਰੀਦਣਾ ਹੈ ਤਾਂ ਮਤਲਬ ਚੀਜ਼ਾਂ ਬਾਜ਼ਾਰ 'ਚ ਆਉਣੀਆਂ ਵੀ ਚਾਹੀਦੀਆਂ ਨੇ। ਉਹ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਉਹ ਚੀਜ਼ਾਂ ਬਣਨਗੀਆਂ। ਬਣਾਏਗਾ ਕੌਣ? ਉਤਪਾਦਕ। ਤਾਂ ਅਗਲਾ ਜਿਹੜਾ ਆਪਣਾ ਖੇਤਰ ਆ ਜਾਂਦਾ ਹੈ ਉਹ ਕੀ ਆ ਜਾਂਦਾ ਹੈ? ਉਤਪਾਦਨ ਦਾ ਸਿਧਾਂਤ। ਜਿਹੜੇ ਤੁਹਾਡੀ ਬੁੱਕ ਦੇ ਅਗਲੇ ਚੈਪਟਰ ਨੇ ਉਹ ਕਿੰਨੇ ਨਾਲ ਸੰਬੰਧ ਰੱਖਦੇ ਨੇ? ਉਤਪਾਦਨ ਦੇ ਨਾਲ। ਹੁਣ ਉਹਦੇ 'ਚ ਆਪਾਂ ਕੀ ਦੇਖਾਂਗੇ? ਆਪਾਂ ਦੇਖਾਂਗੇ ਉਤਪਾਦਨ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਥੋੜੇ ਸਮੇਂ ਦਾ ਉਤਪਾਦਨ ਕਿਵੇਂ ਹੁੰਦਾ ਹੈ, ਲੰਬੇ ਸਮੇਂ 'ਚ ਉਤਪਾਦਨ ਕਿਵੇਂ ਹੁੰਦਾ ਹੈ। ਜਦੋਂ ਉਤਪਾਦਨ ਹੋ ਜਾਂਦਾ ਹੈ ਤਾਂ ਬਾਜ਼ਾਰ 'ਚ ਉਹਨੂੰ ਕਿੰਨੀ ਮਾਤਰਾ ਦੇ ਵਿੱਚ ਭੇਜਿਆ ਜਾਂਦਾ ਹੈ, ਮਤਲਬ ਪੂਰਤੀ ਕਿੰਨੀ ਹੁੰਦੀ ਹੈ। ਜਦੋਂ ਆਪਾਂ ਉਤਪਾਦਨ ਕਰਾਂਗੇ, ਕੋਈ ਚੀਜ਼ ਬਣਾਵਾਂਗੇ ਤਾਂ ਕੀ ਹੋਏਗਾ? ਆਪਾਂ ਨੂੰ ਉਹਦੇ ਤੇ ਖਰਚਾ ਵੀ ਪਏਗਾ। ਤਾਂ ਲਾਗਤਾਂ ਕਿਵੇਂ ਪੈਂਦੀਆਂ ਨੇ? ਜਦੋਂ ਉਤਪਾਦਨ ਕਰ ਲਿਆ ਉਹਨੂੰ ਬਾਜ਼ਾਰ 'ਚ ਜਾ ਕੇ ਕੀ ਕਰਾਂਗੇ? ਵੇਚਾਂਗੇ। ਕੀ ਹੋਏਗਾ? ਆਮਦਨ ਮਿਲੇਗੀ। ਤਾਂ ਆਮਦਨ ਕਿੰਨੀ ਤਰ੍ਹਾਂ ਦੀ ਹੁੰਦੀ ਹੈ? ਫਿਰ ਹੁਣ ਇੱਕ ਜਿਹੜਾ ਉਤਪਾਦਕ ਹੈ ਉਹਨੇ ਕੀ ਕੀਤਾ? ਉਤਪਾਦਨ ਕੀਤਾ, ਲਾਗਤ ਚੱਕੀ। ਲਾਗਤ ਚੱਕ ਕੇ ਕੀ ਹੋਇਆ? ਆਮਦਨ ਹੋਈ। ਕੀ ਹੋਏਗਾ? ਲਾਭ ਹੋਣਗੇ। ਜਦੋਂ ਲਾਭ ਵੱਧ ਤੋਂ ਵੱਧ ਹੋਣਗੇ ਉਹ ਕੀ ਹੋਏਗਾ? ਕਹੇਗਾ ਮੈਂ ਸੰਤੁਲਨ ਦੇ ਵਿੱਚ ਆ। ਤਾਂ ਅਗਲੇ ਚੈਪਟਰ ਜਿਹੜੇ ਨੇ ਤੁਹਾਡੇ ਉਤਪਾਦਨ ਫਲਨ ਹੋਇਆ, ਲਾਗਤ ਦਾ ਸਿਧਾਂਤ ਹੋਇਆ, ਪੂਰਤੀ ਹੋਈ, ਉਹਦੇ 'ਚ ਆਮਦਨ ਦੀਆਂ ਧਾਰਨਾਵਾਂ ਹੋਈਆਂ, ਉਹਦੇ 'ਚ ਉਤਪਾਦਕ ਦਾ ਸੰਤੁਲਨ ਹੋਇਆ। ਇਹ ਸਾਰੇ ਚੈਪਟਰ ਜਿਹੜੇ ਨੇ ਉਹ ਕਿੰਨੇ ਨਾਲ ਸੰਬੰਧਿਤ ਨੇ? ਉਤਪਾਦਨ ਤੇ ਉਤਪਾਦਕ ਨਾਲ ਸੰਬੰਧਿਤ ਨੇ। ਤਾਂ ਇਹ ਵੀ ਕੀ ਹੋਣਗੇ? ਵਿਅਸ਼ਟੀ ਅਰਥ ਸ਼ਾਸਤਰ ਦੇ ਖੇਤਰ ਦੇ ਵਿੱਚ ਆ ਜਾਣਗੇ। ਹੁਣ ਫਿਰ ਅਗਲੇ ਦੋ ਚੈਪਟਰ ਦੇ ਵਿੱਚ ਆਪਾਂ ਕੀ ਕਰਾਂਗੇ? ਫਿਰ ਆਪਾਂ ਪੜਾਂਗੇ ਬਾਜ਼ਾਰ ਦਾ ਸਿਧਾਂਤ। ਬਾਜ਼ਾਰ ਦੇ ਸਿਧਾਂਤ ਦੇ ਵਿੱਚ ਆਪਾਂ ਕੀ ਦੇਖਾਂਗੇ ਕਿ ਬਾਜ਼ਾਰ ਕੀ ਹੁੰਦਾ ਹੈ। ਠੀਕ ਹੈ, ਉਹਦੇ 'ਚ ਆਪਾਂ ਇਹ ਦੇਖਾਂਗੇ ਕਿ ਬਾਜ਼ਾਰ ਕਿੰਨੀ ਤਰ੍ਹਾਂ ਦੇ ਹੁੰਦੇ ਨੇ, ਅਲੱਗ-ਅਲੱਗ ਚੀਜ਼ਾਂ ਦਾ ਅਲੱਗ-ਅਲੱਗ ਬਾਜ਼ਾਰ ਕਿਵੇਂ ਹੁੰਦਾ ਹੈ, ਪੂਰਨ ਮੁਕਾਬਲਾ ਬਾਜ਼ਾਰ ਕੀ ਚੀਜ਼ ਹੈ, ਏਕਾਧਿਕਾਰ ਬਾਜ਼ਾਰ ਕੀ ਚੀਜ਼ ਹੈ, ਏਕਾਧਿਕਾਰੀ ਮੁਕਾਬਲਾ ਬਾਜ਼ਾਰ ਕੀ ਚੀਜ਼ ਹੈ, ਉਹਦੇ ਅਲਪਾਧਿਕਾਰ ਕੀ ਚੀਜ਼ ਹੈ। ਤਾਂ ਅਲੱਗ-ਅਲੱਗ ਬਾਜ਼ਾਰ ਜਿਹੜੇ ਨੇ ਉਹ ਵੀ ਆਪਾਂ ਕਿੰਨੇ 'ਚ ਪੜ੍ਹਦੇ ਆ? ਵਿਅਸ਼ਟੀ 'ਚ ਪੜ੍ਹਦੇ ਆ। ਕਿਉਂ ਪੜ੍ਹਦੇ ਆ? ਕਿਉਂਕਿ ਆਪਾਂ ਆਪਣੇ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਕਿ ਬਾਜ਼ਾਰ ਹਮੇਸ਼ਾ ਇੱਕ ਚੀਜ਼ ਦਾ ਹੁੰਦਾ ਹੈ। ਤਾਂ ਵਿਅਸ਼ਟੀ ਅਰਥ ਸ਼ਾਸਤਰ ਹਮੇਸ਼ਾ ਇੱਕ ਚੀਜ਼ ਨੂੰ ਲੈ ਕੇ ਚੱਲਦਾ ਹੈ। ਤਾਂ ਜਿੰਨੇ ਵੀ ਬਾਜ਼ਾਰ ਨੇ ਉਹ ਸਾਰੇ ਦੇ ਸਾਰੇ ਕਿੰਨੇ ਵਿੱਚ ਆ ਜਾਣਗੇ? ਵਿਅਸ਼ਟੀ ਅਰਥ ਸ਼ਾਸਤਰ ਦੇ ਵਿੱਚ ਆ ਜਾਣਗੇ। ਉਸ ਤੋਂ ਬਾਅਦ ਹੁਣ ਜਦੋਂ ਆਪਾਂ ਬਾਜ਼ਾਰ ਵਿੱਚ ਜਾ ਕੇ ਕੋਈ ਚੀਜ਼ ਵੇਚਾਂਗੇ ਉਤਪਾਦਕ ਹੋਣ ਦੇ ਨਾਤੇ ਤੇ ਬਾਜ਼ਾਰ ਦੇ ਵਿੱਚੋਂ ਚੀਜ਼ ਖਰੀਦਾਂਗੇ ਕੀ ਹੋਣ ਦੇ ਨਾਤੇ? ਉਪਭੋਗਤਾ ਹੋਣ ਦੇ ਨਾਤੇ। ਤਾਂ ਉਪਭੋਗਤਾ ਕੀ ਕਰੇਗਾ? ਉਸ ਚੀਜ਼ ਨੂੰ ਜਿਹਨੂੰ ਉਹ ਖਰੀਦ ਰਿਹਾ ਹੈ ਉਹਦੀ ਕੀਮਤ ਦੇਵੇਗਾ ਤੇ ਉਤਪਾਦਕ ਜਿਹੜਾ ਹੈ ਉਹਦੀ ਕੀਮਤ ਲਵੇਗਾ। ਤਾਂ ਹੁਣ ਕਿੰਨੀ ਕੀਮਤ ਦੇਗਾ, ਕਿੰਨੀ ਕੀਮਤ ਲਏਗਾ, ਇਹ ਵੀ ਕਿੱਥੇ ਆ ਜਾਏਗਾ? ਵਿਅਸ਼ਟੀ 'ਚ ਆਏਗਾ। ਤਾਂ ਅਗਲੀ ਚੀਜ਼ ਆਪਾਂ ਕੀ ਕਰਦੇ ਆ? ਕੀਮਤ ਨਿਰਧਾਰਨ। ਹੁਣ ਆਪਾਂ ਕੀਮਤ ਦਾ ਨਿਰਧਾਰਨ ਕਰ ਰਹੇ ਹਾਂ। ਕਿਹੜੀ ਕੀਮਤ ਦਾ? ਕਿਸੇ ਵੀ ਵਸਤੂ ਦੀ ਕੀਮਤ ਦਾ। ਤਾਂ ਵਸਤੂ ਕੀਮਤ ਨਿਰਧਾਰਨ ਉਹ ਕਿੰਨੇ ਜਾਂਦਾ ਹੈ? ਵਿਅਸ਼ਟੀ ਦੇ ਵਿੱਚ ਆਂਦਾ ਹੈ। ਇਹਦੇ 'ਚ ਆਪਾਂ ਇੱਕ ਚੀਜ਼ ਹੋਰ ਐਡ ਕਰ ਸਕਦੇ ਹਾਂ। ਜੇ ਇੱਕ ਉਤਪਾਦਕ ਨੇ ਉਤਪਾਦਨ ਕਰਨਾ ਹੈ ਤਾਂ ਆਪਾਂ ਗੱਲ ਕੀਤੀ ਸੀ ਪਿਛਲੇ ਲੈਕਚਰ ਦੇ ਵਿੱਚ ਉਹਨੂੰ ਉਤਪਾਦਨ ਦੇ ਸਾਧਨਾਂ ਦੀ ਲੋੜ ਪੈਂਦੀ ਹੈ। ਭੂਮੀ ਹੈ, ਪੂੰਜੀ ਹੈ, ਮਜ਼ਦੂਰ ਹੈ, ਉਦਮ ਹੈ। ਭੂਮੀ ਨੂੰ ਲਗਾਨ ਜਾਂ ਕਿਰਾਇਆ ਦੇਣਾ ਹੈ, ਪੂੰਜੀ ਨੂੰ ਵਿਆਜ ਦੇਣੀ ਹੈ, ਜਿਹੜਾ ਉਦਮ ਹੈ ਉਹਨੂੰ ਲਾਭ ਦੇਣੇ ਨੇ, ਮਜ਼ਦੂਰ ਨੂੰ ਮਜ਼ਦੂਰੀ ਦੇਣੀ ਹੈ। ਕਿੰਨੀ ਦੇਣੀ ਹੈ ਉਹ ਵੀ ਕੌਣ ਨਿਰਧਾਰਿਤ ਕਰੇਗਾ? ਵਿਅਸ਼ਟੀ ਅਰਥ ਸ਼ਾਸਤਰ ਨਿਰਧਾਰਿਤ ਕਰੇਗਾ।
निर्धारित करते पे आपा करते पे साधन कीमत निर्धारण। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿੰਨੇ ਚ ਆ ਜਾਂਦੀਆਂ ਨੇ, ਉਹ ਤੁਹਾਡੇ ਵਿਅਸ਼ਟੀ ਅਰਥਸ਼ਾਸਤਰ ਦੇ ਖੇਤਰ ਦੇ ਵਿੱਚ ਆ ਜਾਂਦੀਆਂ ਨੇ। ਯਾਨੀ ਮੈਂ ਕੁਝ ਨਹੀਂ ਕੀਤਾ, ਸਿਰਫ ਤੇ ਸਿਰਫ ਜੋ ਤੁਹਾਡੇ ਵਿਅਸ਼ਟੀ ਅਰਥਸ਼ਾਸਤਰ ਦੇ ਚੈਪਟਰਸ ਨੇ, ਸਿਰਫ ਉਹਨਾਂ ਚੈਪਟਰਸ ਦੇ ਨਾਮ ਮੈਂ ਜਿਹੜੇ ਨੇ ਉਹ ਇੱਥੇ ਲਿਖਤੇ ਨੇ। ਠੀਕ ਹੋ ਗਿਆ ਜੀ, ਗੱਲ ਸਮਝ ਲੱਗ ਗਈ। ਹੁਣ ਆਪਾਂ ਚੱਲਦੇ ਹਾਂ ਸਮਸ਼ਟੀ ਅਰਥਸ਼ਾਸਤਰ ਵਾਲੇ ਪਾਸੇ। ਯਾਨੀ ਹੁਣ ਆਪਾਂ ਇਹ ਦੇਖਾਂਗੇ ਕਿ ਆਪਾਂ ਸਮਸ਼ਟੀ ਅਰਥਸ਼ਾਸਤਰ ਦੇ ਵਿੱਚ ਕੀ ਪੜ੍ਹਨਾ ਹੈ। ਅਗਰ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾ ਚੈਪਟਰ ਦੇਖੀਏ, ਉਹ ਹੈ ਆਪਣੇ ਕੋਲ ਸਮਸ਼ਟੀ ਅਰਥਸ਼ਾਸਤਰ ਦੀ ਜਾਣ ਪਹਿਚਾਨ। ਉਸ ਤੋਂ ਬਾਅਦ ਅਗਲਾ ਚੈਪਟਰ ਕਿਹੜਾ ਆਂਦਾ ਹੈ, ਉਹ ਆਂਦਾ ਹੈ ਰਾਸ਼ਟਰੀ ਆਮਦਨ ਦਾ ਸਿਧਾਂਤ। यानी ਜਿਹੜੇ ਅਗਲੇ ਦੋ ਚੈਪਟਰ ਨੇ ਉਹ ਕਿੰਨੇ ਨਾਲ ਸੰਬੰਧਿਤ ਨੇ, ਰਾਸ਼ਟਰੀ ਆਮਦਨ ਦੇ ਨਾਲ। ਇਹਦੇ ਚ ਆਪਾਂ ਕੀ ਦੇਖਾਂਗੇ ਕਿ ਰਾਸ਼ਟਰੀ ਆਮਦਨ ਕੀ ਚੀਜ਼ ਹੁੰਦੀ ਹੈ, ਇਹਦੇ ਨਾਲ ਸੰਬੰਧਿਤ ਹੋਰ ਕਿਹੜੀਆਂ ਚੀਜ਼ਾਂ ਨੇ। ਜਦੋਂ ਆਪਾਂ ਇਹ ਚੈਪਟਰ ਕਰਾਂਗੇ ਉਦੋਂ ਆਪਾਂ ਦੇਖਾਂਗੇ ਕਿ ਰਾਸ਼ਟਰੀ ਆਮਦਨ ਆਪਣੇ ਆਪ ਦੇ ਵਿੱਚ ਕੱਲੀ ਨਹੀਂ ਹੁੰਦੀ, ਇਹਦੇ ਵਿੱਚ ਕੀ ਹੁੰਦਾ ਹੈ, ਅੱਗੇ ਹੋਰ ਬੜੀਆਂ ਧਾਰਨਾਵਾਂ ਆਉਣਗੀਆਂ, ਜਿਵੇਂ निजी आमदन आएगी, व्यक्तिगत आमदन आएगी, व्यक्तिगत खर्च करने योग्य आमदन आएगी, राष्ट्रीय खर्च करने योग्य आमदन आएगी। तो वो सारी चीज़ां ਜਿਹੜੀਆਂ ਨੇ ਉਹ ਕਿੰਨੇ ਚ ਆ ਜਾਣਗੀਆਂ, ਰਾਸ਼ਟਰੀ ਆਮਦਨ ਦੇ ਸਿਧਾਂਤ ਦੇ ਵਿੱਚ ਆ ਜਾਣਗੀਆਂ। ਹੋਰ ਆਪਾਂ ਕੀ ਦੇਖਾਂਗੇ ਵੀ ਆਪਾਂ ਰਾਸ਼ਟਰੀ ਆਮਦਨ ਨੂੰ ਕਿਵੇਂ ਮਾਪ ਸਕਦੇ ਹਾਂ। ਆਪਾਂ ਇਹਦੀਆਂ ਤਿੰਨ ਵਿਧੀਆਂ ਵੀ ਕਰਾਂਗੇ। उत्पादन विधि आएगी, नंबर 2 पे आमदन विधि आएगी, नंबर 3 पे खर्च विधि आएगी। ये सारी चीज़ां किने राष्ट्रीय आमदन दे विच आ जाणगीਆਂ। ਜਿਹੜੇ अगले चैप्टर आंदे ने ਉਹ ਕਿਹੜੇ ਨੇ, ਉਹਦੇ ਚ ਆਪਾਂ ਲਵਾਂਗੇ ਕੁੱਲ ਮੰਗ, ਕੁੱਲ ਪੂਰਤੀ ਕੀ ਹੁੰਦੇ ਨੇ, ਇਹ ਕਿਵੇਂ ਨਿਰਧਾਰਿਤ ਹੁੰਦੇ ਨੇ। ਨਾਲ ਦੇ ਨਾਲ ਆਪਾਂ ਦੇਖਾਂਗੇ ਕਿ ਪੂਰੀ ਦੀ ਪੂਰੀ ਅਰਥ ਵਿਵਸਥਾ ਦੇ ਵਿੱਚ ਆਮਦਨ ਦਾ, ਰੁਜ਼ਗਾਰ ਦਾ, ਉਤਪਾਦਨ ਦਾ ਪੱਧਰ ਜਿਹੜਾ ਹੈ ਉਹ ਕਿਵੇਂ ਨਿਰਧਾਰਿਤ ਹੁੰਦਾ ਹੈ। ਆਪਾਂ ਨਾ ਜਦੋਂ ਇਹ ਚੈਪਟਰ ਕਰਾਂਗੇ ਉਹਦੇ ਚ ਆਪਾਂ ਇਹ ਜ਼ਰੂਰ ਦੇਖਾਂਗੇ ਵੀ ਇੱਕ ਅਰਥ ਵਿਵਸਥਾ ਦੇ ਵਿੱਚ ਆਮਦਨ ਬੋਲੋ, ਰੁਜ਼ਗਾਰ ਬੋਲੋ, ਉਤਪਾਦਨ ਬੋਲੋ, ਤਿੰਨੋਂ ਇੱਕੋ ਹੀ ਗੱਲ ਹੈ, ਤਿੰਨਾਂ 'ਚ ਕੋਈ ਫਰਕ ਨਹੀਂ ਹੈਗਾ। ਮਤਲਬ ਅਗਰ ਆਪਾਂ ਅਰਥ ਵਿਵਸਥਾ ਦੇ ਵਿੱਚ ਆਮਦਨ ਦਾ ਸੰਤੁਲਨ ਨਿਕਾਲਿਆ ਤਾਂ ਜਿੱਥੇ ਸੰਤੁਲਨ ਆਮਦਨ ਦਾ ਆਏਗਾ ਉੱਥੇ ਹੀ ਰੁਜ਼ਗਾਰ ਦਾ ਆਏਗਾ, ਉੱਥੇ ਹੀ ਜਿਹੜਾ ਹੈ ਉਤਪਾਦਨ ਦਾ ਆਏਗਾ, ਉੱਥੇ ਹੀ ਖਰਚ ਦਾ ਵੀ ਆਏਗਾ। ਸਾਰਿਆਂ ਦੇ ਸੰਤੁਲਨ ਜਿਹੜੇ ਨੇ ਉਹ ਬਰਾਬਰ ਹੁੰਦੇ ਨੇ। ਤਾਂ ਆਪਾਂ ਇਹ ਜਿਹੜਾ ਹੈ ਉਹ ਕਿੰਦੇ 'ਚ ਪੜਾਂਗੇ, ਸਮਸ਼ਟੀ ਅਰਥਸ਼ਾਸਤਰ ਦੇ ਵਿੱਚ ਪੜਾਂਗੇ। ਉਸ ਤੋਂ ਬਾਅਦ ਅਗਰ ਤੁਸੀਂ ਅਗਲਾ ਚੈਪਟਰ ਦੇਖੋ, ਉਹ ਹੈ ਤੁਹਾਡਾ ਨਿਵੇਸ਼ ਦਾ ਸਿਧਾਂਤ। ਇਹਦੇ ਚ ਆਪਾਂ ਦੇਖਾਂਗੇ ਨਿਵੇਸ਼ ਕੀ ਹੁੰਦਾ ਹੈ, ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਅਗਰ ਆਪਾਂ ਨਿਵੇਸ਼ ਕਰਨਾ ਹੈ ਤਾਂ ਕਿਹੜੀਆਂ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਸ ਨਿਵੇਸ਼ ਨੂੰ ਪ੍ਰਭਾਵਿਤ ਕਰਨਗੀਆਂ। ਇਹ ਸਾਰਾ ਕਿੰਦੇ ਚ ਆ ਜਾਏਗਾ, ਨਿਵੇਸ਼ ਦੇ ਸਿਧਾਂਤ ਦੇ ਵਿੱਚ ਆ ਜਾਏਗਾ। ਉਸ ਤੋਂ ਬਾਅਦ ਆਪਾਂ ਇਹਦੇ ਚ ਦੇਖਾਂਗੇ ਨਿਵੇਸ਼ ਦੇ ਸਿਧਾਂਤ ਤੋਂ ਬਾਅਦ ਆਪਾਂ ਇਹਦੇ ਚ ਸਰਕਾਰ ਦੀਆਂ ਅਲੱਗ-ਅਲੱਗ ਨੀਤੀਆਂ ਦੇਖਾਂਗੇ। ਤਾਂ ਇਹਦੇ ਚ ਕੀ ਆਉਂਦਾ ਆਪਣੇ ਕੋਲ, ਨੀਤੀ ਨਿਰਧਾਰਨ। ਨੀਤੀ ਨਿਰਧਾਰਨ ਆਪਾਂ ਹੁਣੇ ਐਸੇ ਲੈਕਚਰ ਦੇ ਵਿੱਚ ਹੀ ਦੇਖਾਂਗੇ ਕਿ ਸਰਕਾਰ ਜਿਹੜੀ ਹੈ ਉਹ ਕਿਹੜੀਆਂ-ਕਿਹੜੀਆਂ ਨੀਤੀਆਂ ਬਣਾਉਂਦੀ ਹੈ, ਕਿਉਂਕਿ ਆਪਾਂ ਗੱਲ ਸਰਕਾਰ ਦੀ ਕਰ ਰਹੇ ਹਾਂ। ਸਰਕਾਰ ਪੂਰੀ ਦੀ ਪੂਰੀ ਅਰਥ ਵਿਵਸਥਾ ਦੀ ਹੁੰਦੀ ਹੈ, ਤਾਂ ਸਰਕਾਰ ਦੁਆਰਾ ਜਿੰਨੀਆਂ ਵੀ ਨੀਤੀਆਂ ਬਣਾਈਆਂ ਜਾਂਦੀਆਂ ਨੇ ਉਹ ਸਾਰੀਆਂ ਨੀਤੀਆਂ ਕਿਹਦੇ ਅੰਦਰ ਆਉਣਗੀਆਂ, ਸਮਸ਼ਟੀ ਅਰਥਸ਼ਾਸਤਰ ਚ ਆਉਣਗੀਆਂ। ਸਰਕਾਰ ਕਿਹੜੀਆਂ-ਕਿਹੜੀਆਂ ਨੀਤੀਆਂ ਬਣਾਉਂਦੀ ਹੈ ਆਪਾਂ ਹੁਣੇ ਹੀ ਐਸੇ ਲੈਕਚਰ ਦੇ ਵਿੱਚ ਦੇਖਣ ਜਾ ਰਹੇ ਹਾਂ। ਫਿਰ ਆਪਾਂ ਇਹਦੇ ਵਿੱਚ ਪੜਾਂਗੇ ਵਿਦੇਸ਼ੀ ਵਪਾਰ ਦਾ ਸਿਧਾਂਤ। ਇਹਦੇ ਚ ਆਪਾਂ ਇਹ ਪੜਾਂਗੇ ਕਿ ਵਿਦੇਸ਼ੀ ਵਪਾਰ ਕੀ ਚੀਜ਼ ਹੁੰਦੀ ਹੈ, ਕਿਹੜੇ ਦੇਸ਼ਾਂ ਨਾਲ ਕੀਤਾ ਜਾਂਦਾ ਹੈ, ਕਿੰਨੀ ਮਾਤਰਾ ਵਿੱਚ ਕੀਤਾ ਜਾਂਦਾ ਹੈ, ਕਿਹੜੀਆਂ-ਕਿਹੜੀਆਂ ਚੀਜ਼ਾਂ ਵਿਦੇਸ਼ੀ ਵਪਾਰ ਨੂੰ ਪ੍ਰਭਾਵਿਤ ਕਰਦੀਆਂ ਨੇ। ਸਾਰਾ ਕੁਝ ਜਿਹੜਾ ਉਹ ਕਿੰਨੇ ਚ ਆਏਗਾ, ਵਿਦੇਸ਼ੀ ਵਪਾਰ ਦੇ ਵਿੱਚ ਆਏਗਾ। ਹੁਣ ਜੇ ਤੁਸੀਂ ਵਿਦੇਸ਼ੀ
ਵਪਾਰ ਕੀਤਾ ਤਾਂ ਉਹਦਾ ਕੋਈ ਹਿਸਾਬ ਕਿਤਾਬ ਵੀ ਰੱਖੋਗੇ, ਉਹ ਕਿੰਦੇ ਚ ਆ ਜਾਏਗਾ, ਉਹ ਆ ਜਾਏਗਾ ਭੁਗਤਾਨ ਬਾਕੀ ਦੇ ਵਿੱਚ ਆ ਜਾਏਗਾ। ਇਹ ਵੀ ਕਿੰਦੇ ਚ ਆ ਗਿਆ, ਸਮਸ਼ਟੀ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਜੇ ਆਪਾਂ ਵਿਦੇਸ਼ੀ ਵਪਾਰ ਕਰਨਾ ਹੈ ਤਾਂ ਜਿਹੜੇ ਦੇਸ਼ਾਂ ਨਾਲ ਕਰਨਾ ਹੈ ਉਹਨਾਂ ਦੇਸ਼ਾਂ ਦੀ ਕਰੰਸੀ ਦੀ ਆਪਾਂ ਨੂੰ ਲੋੜ ਪਏਗੀ, ਤਾਂ ਉਹਦੇ ਵਾਸਤੇ ਕੀ ਕਰਨਾ ਪਏਗਾ, ਆਪਾਂ ਨੂੰ ਆਪਣੀ ਕਰੰਸੀ ਜਿਹੜੀ ਹੈ ਉਹ ਦੂਜੇ ਦੇਸ਼ਾਂ ਦੀ ਕਰੰਸੀ ਦੇ ਨਾਲ ਵਟਾਣੀ ਪਏਗੀ। ਤਾਂ ਵਿਦੇਸ਼ੀ ਵਟਾਂਦਰਾ ਦਰ ਮਤਲਬ ਕਿਸ ਦਰ ਤੇ ਆਪਾਂ ਆਪਣੀ ਕਰੰਸੀ ਨੂੰ ਵਿਦੇਸ਼ੀ ਕਰੰਸੀ ਦੇ ਨਾਲ ਦਾ ਵਟਾਂਦਰਾ ਕਰਾਂਗੇ, ਇਹ ਵੀ ਕਿੰਨੇ ਚ ਆ ਜਾਏਗਾ, ਇਹ ਸਾਰਾ ਸਮਸ਼ਟੀ ਅਰਥ ਸ਼ਾਸਤਰ ਚ ਆ ਜਾਏਗਾ। ਮੈਂ ਹਾਲੇ ਵੀ ਕੁਝ ਨਹੀਂ ਕੀਤਾ, ਸਿਰਫ ਜਿਹੜਾ ਹੈ ਤੁਹਾਡੇ ਸਮਸ਼ਟੀ ਅਰਥ ਸ਼ਾਸਤਰ ਦੇ ਜਿੰਨੇ ਵੀ ਚੈਪਟਰਸ ਨੇ ਉਹ ਸਾਰੇ ਚੈਪਟਰਸ ਦੇ ਨਾਮ ਮੈਂ ਜਿਹੜੇ ਨੇ ਉਹ ਇੱਥੇ ਲਿਖਤੇ ਨੇ। ਤਾਂ ਸਿੰਪਲ ਤਰੀਕਾ ਜਿਹੜਾ ਹੈ ਯਾਦ ਰੱਖਣ ਦਾ, ਵਿਅਸ਼ਟੀ ਤੇ ਸਮਸ਼ਟੀ ਅਰਥ ਸ਼ਾਸਤਰ ਦਾ ਖੇਤਰ ਉਹ ਕੀ ਚੀਜ਼ ਹੈ, ਸਿਰਫ ਉਹਨਾਂ ਦੇ ਚੈਪਟਰ ਦੇ ਨਾਮ ਯਾਦ ਕਰ ਲਓ। ਚੈਪਟਰ ਦੇ ਨਾਮ ਯਾਦ ਹੋ ਗਏ ਤਾਂ ਸਾਰਾ ਖੇਤਰ ਜਿਹੜਾ ਉਹ ਆਪਣੇ ਆਪ ਬਣ ਜਾਏਗਾ। ਠੀਕ ਹੈ ਜੀ, ਸਮਝ ਲੱਗ ਗਈ। ਹੁਣ ਆਪਾਂ ਅਗਲਾ ਟੌਪਿਕ ਜਿਹੜਾ ਹੈ ਉਹ ਆਪਣਾ ਕਰਦੇ ਆ, ਜਿਹੜਾ ਆਪਾਂ ਹੁਣੇ ਇੱਥੇ ਲਿਖਿਆ ਸੀ ਨੀਤੀ ਨਿਰਧਾਰਨ, ਵੀ ਸਰਕਾਰ ਜਿਹੜੀ ਹੈ ਉਹ ਕਿਹੜੀਆਂ-ਕਿਹੜੀਆਂ ਨੀਤੀਆਂ ਬਣਾਉਂਦੀ ਹੈ। ਦੇਖੋ ਸਰਕਾਰ ਨੇ ਜਿਹੜੀਆਂ ਨੀਤੀਆਂ ਬਣਾਏਗੀ ਉਹ ਕਿਸ ਵਾਸਤੇ ਬਣਾਏਗੀ, ਉਹ ਆਪਣੀ ਅਰਥ ਵਿਵਸਥਾ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਬਣਾਏਗੀ। ਤਾਂ ਇਸ ਕਰਕੇ ਜੋ ਨੀਤੀਆਂ ਸਰਕਾਰ ਬਣਾਉਂਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਆਰਥਿਕ ਨੀਤੀਆਂ। ਆਰਥਿਕ ਮਤਲਬ ਆਪਣੀ ਅਰਥ ਵਿਵਸਥਾ ਨੂੰ ਚਲਾਉਣ ਵਾਸਤੇ ਕੀ ਕੀਤੀਆਂ ਜਾ ਰਹੀਆਂ ਨੇ, ਨੀਤੀਆਂ ਬਣਾਈਆਂ ਜਾ ਰਹੀਆਂ ਨੇ। ਨੀਤੀ ਮਤਲਬ ਪਾਲਿਸੀ ਬਣਾਈ ਜਾ ਰਹੀ ਹੈ, ਕੁਝ ਨਿਯਮ ਬਣਾਏ ਜਾ ਰਹੇ ਨੇ, ਕੁਝ ਕਾਨੂੰਨ ਬਣਾਏ ਜਾ ਰਹੇ ਨੇ ਜਿਨ੍ਹਾਂ ਦੀ ਮਦਦ ਨਾਲ ਆਪਣੀ ਅਰਥ ਵਿਵਸਥਾ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਕੰਮ ਕਰ ਸਕੇ। ਤਾਂ ਹੁਣ ਸਰਕਾਰ ਜਿਹੜੀ ਹੈ ਉਹ ਕਿਹੜੀਆਂ-ਕਿਹੜੀਆਂ ਨੀਤੀਆਂ ਬਣਾਉਂਦੀ ਹੈ, ਸਰਕਾਰ ਮੇਨਲੀ 3 ਤਰ੍ਹਾਂ ਦੀਆਂ ਨੀਤੀਆਂ ਜਿਹੜੀ ਹੈ ਉਹ ਬਣਾਉਂਦੀ ਹੈ। ਉਹ 3 ਤਰ੍ਹਾਂ ਦੀਆਂ ਨੀਤੀਆਂ ਕਿਹੜੀਆਂ ਨੇ, ਇੱਕ-ਇੱਕ ਕਰਕੇ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਨੀਤੀ ਜਿਹੜੀ ਸਰਕਾਰ ਬਣਾਉਂਦੀ ਹੈ ਉਹ ਹੁੰਦੀ ਹੈ ਸਰਕਾਰ ਦੀ ਰਾਜਕੋਸ਼ੀ ਨੀਤੀ। ਨਾਮ ਤੋਂ ਪੜ ਲਓ, ਰਾਜਕੋਸ਼ੀ ਨੀਤੀ। ਰਾਜ ਤੇ ਕੋਸ਼ੀ ਦੇ ਦੋ ਹਿੱਸੇ ਕਰ ਦਿੰਦੇ ਆ। ਹੁਣ ਸੋਚੋ ਰਾਜ ਕਿੰਨਾ ਹੁੰਦਾ ਹੈ, ਰਾਜ ਹੁੰਦਾ ਹੈ ਹਮੇਸ਼ਾ ਸਰਕਾਰ ਦਾ। ਤਾਂ ਰਾਜ ਦਾ ਮਤਲਬ ਕੀ ਹੋ ਗਿਆ, ਸਰਕਾਰ। कोश, कोश की ਹੁੰਦਾ ਹੈ ਭੰਡਾਰ। ਭੰਡਾਰ मतलब खजाना, यानी कि कोश का मतलब क्या हो गया, खजाना, यानी कि सरकारी खजाना नीति। यानी ਜਿਹੜੀ ਰਾਜਕੋਸ਼ੀ ਨੀਤੀ ਹੈ ਇਹ ਜੀ ਨੀਤੀ ਹੈ ਜਿਹੜੀ ਕਿ ਸਰਕਾਰ ਦੇ ਖਜ਼ਾਨੇ ਦੇ ਨਾਲ ਸੰਬੰਧਿਤ ਨੀਤੀ ਹੋਏਗੀ। ਹੁਣ ਸਰਕਾਰ ਦੇ ਖਜ਼ਾਨੇ ਦੇ ਵਿੱਚ ਕਿੰਨੇ ਪੈਸੇ ਹੋਣਗੇ, ਇਹ ਦੋ ਗੱਲਾਂ ਤੇ ਨਿਰਭਰ ਕਰਦਾ ਹੈ। पहला जिनका निर्भर करता है वो है सरकारी आमदन, दूजा ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਸਰਕਾਰੀ ਖਰਚ। ਹੁਣ ਸਰਕਾਰ ਦੇ ਖਜ਼ਾਨੇ ਦੇ ਵਿੱਚ ਕਿੰਨੇ ਪੈਸੇ ਹੋਣਗੇ, ਇਹ ਦੋ ਗੱਲਾਂ ਤੇ ਨਿਰਭਰ ਕਰਦਾ ਹੈ, ਸਰਕਾਰ ਦੀ ਆਮਦਨ ਤੇ ਸਰਕਾਰ ਦੇ ਖਰਚ ਤੇ। ਜਿੰਨੀ ਸਰਕਾਰ ਦੀ ਆਮਦਨ ਜ਼ਿਆਦਾ ਤੇ ਜਿੰਨੇ ਸਰਕਾਰ ਦੇ ਖਰਚੇ ਘੱਟ ਉਨੀ ਸਰਕਾਰ ਦੇ ਖਜ਼ਾਨੇ 'ਚ ਪੈਸਾ ਜ਼ਿਆਦਾ। ਉਲਟਾ ਜਿੰਨਾ ਸਰਕਾਰ ਦੀ ਆਮਦਨ ਘੱਟ ਤੇ ਸਰਕਾਰ ਦਾ ਖਰਚਾ ਜ਼ਿਆਦਾ ਉਨੇ ਹੀ ਸਰਕਾਰ ਦੇ ਖਜ਼ਾਨੇ ਵਿੱਚ ਪੈਸੇ ਘੱਟ ਹੋਣਗੇ। यानी अगर आप सिंपल याद रखना है तो राजकोषी नीति की है सरकार दी आमदन ते सरकार दे खर्च संबंधी नीति है। एंदे सरकार की करदी है, सरकार ये देखदी है भी आपा आमदन किथों किथों लेनी है। हुण सरकार नु आमदन किथों किथों हुंदी है, जेड़े आपा टैक्स देने आ उथों आमदन हुंदी है, जेड़े आपा सरकार नु कोई फीस देने आ, जिवें मान लो मैं लाइसेंस बनवाना है ड्राइविंग लाइसेंस उनकी फीस देंगा, कोई जुर्माने देंगे या सरकार नु आपा कुछ होर तरह दे दान देंगे, ये सारियां चीज़ां तो सरकार नु आमदन हुंदी है। सरकार ने खर्च किथे करना हुंदा है, सड़कों ते कर सकती है, स्कूलों ते कर सकती है, हस्पतालों ते कर सकती है, खेती ते उद्योगों ते, इन्हां सारियां चीज़ां ते सरकार खर्चा करती है। तो सरकार की करती है आपदी राजकोषी नीति बनाती है, जिन्हें सरकार ये कहती है कि असीं इस साल
ਖਰਚਾ ਕਰਾਂਗੇ ਤੇ ਇਹ ਵਾਲੀ ਚੀਜ਼ ਤੋਂ ਅਸੀਂ ਆਮਦਨ ਪ੍ਰਾਪਤ ਕਰਾਂਗੇ। ਤਾਂ ਪਹਿਲੀ ਨੀਤੀ ਜਿਹੜੀ ਸਰਕਾਰ ਬਣਾਉਂਦੀ ਹੈ ਉਹ ਹੈ ਸਰਕਾਰ ਦੀ ਰਾਜਕੋਸ਼ੀ ਨੀਤੀ। ਦੂਜੀ ਨੀਤੀ ਜਿਹੜੀ ਸਰਕਾਰ ਬਣਾਉਂਦੀ ਹੈ ਉਹਨੂੰ ਆਪਾਂ ਕਹਿੰਦੇ ਆ ਮੌਦਰਿਕ ਨੀਤੀ। ਹੁਣ ਨੀਤੀ ਦਾ ਮਤਲਬ ਕਲੀਅਰ ਹੋ ਗਿਆ। ਨੀਤੀ ਵਿੱਚ ਕੀ ਆਏਗਾ? ਨਿਯਮ ਆਣਗੇ, ਕਾਨੂੰਨ ਆਣਗੇ। मौद्रिक मतलब मुद्रा संबंधी यानी कि पैसे संबंधी नीति। हुन अगर आप इंडिया की एग्जांपल लईए तो इंडिया दे विच पैसे कौन जारी करदा है? हुन तुसी कहोगे कि भारतीय रिजर्व बैंक करदा है। अगर चेक करिए तां तुसी देखोगे अगर तुहाडी पॉकेट दे विच इस टाइम कोई सिक्का है, कोई भावें 50 पैसे का, 1 रुपए का, 2 रुपए का, 5 रुपए का, 10 रुपए का कोई भी सिक्का चेक कर लो, उनदे ते किते भी भारतीय रिजर्व बैंक नहीं लिखा होया। तुहाडी जेब च अगर 1 रुपए का नोट है, चेक करो उनके ऊपर भारतीय रिजर्व बैंक नहीं लिखा होया। अगर आप 2 रुपए तो उत्ते वाले नोट चेक करिए, 2 रुपए, 5 रुपए, 10 रुपए, 20 रुपए, 50 रुपए, 100 रुपए, इस तरह सारे के ऊपर भारतीय रिजर्व बैंक लिखा हुआ है। थले साइन किंदे ने? भारतीय रिजर्व बैंक दे गवर्नर दे साइन ने। पर 1 रुपए दे नोट दे ऊपर भारतीय रिजर्व बैंक दी थां ते भारत सरकार लिखा हुआ है। उनके थले साइन किंदे ने? अपने वित्त सचिव यानी कि फाइनेंस सेक्रेटरी दे साइन ने। एवं सिक्कियां दे ऊपर भी की लिखा हुआ है? भारत लिखा है, भारतीय रिजर्व बैंक नहीं लिखा। एंदा मतलब इंडिया दे विच मुद्रा कौन जारी करदा है? जिन्ने भी सिक्के ने इते 1 रुपए का नोट वो कौन जारी करदा है? भारत दी सरकार। 2 रुपए तो उत्ते वाले नोट कौन जारी करदा है? भारतीय रिजर्व बैंक। ठीक है। ता मौद्रिक नीति विच सरकार ये देखेगी भी ਅਸੀਂ मुद्रा कितनी जारी करनी है, कितने पैसे जारी करने ने। ਉਹਨੂੰ ਆਪਾਂ ਕੀ ਕਵਾਂਗੇ? ਉਹਨੂੰ ਆਪਾਂ ਕਹਾਂਗੇ मुद्रा दी पूर्ति। मतलब कितना पैसा बाजार दे विच भेजिया जाएगा। फिर की होएगा? अगर बाजार च पैसा आएगा तां उनदे विच की होएगी? मांग भी होएगी। मांग कौन करेगा? ਆਪਾਂ कर सकते हैं। कोई घर बनाने वास्ते, कोई फैक्ट्री लगाने वास्ते, कोई कार खरीदने वास्ते ਆਪਾਂ मुद्रा दी मांग भी करांगे। तां मौद्रिक नीति की है? सरकार दी ही नीति है। इस संबंधी मुद्रा दी पूर्ति कितनी करानी है ते बाजार च मुद्रा दी मांग कितनी करानी है। तीसरी चीज जेडी तीजी नीति सरकार बनाती है ਉਹਨੂੰ ਆਪਾਂ ਕਹਿੰਦੇ ਆ कीमत नीति। कीमत नीति की चीज है? सरकार बड़िया सारिया चीज़ों की कीमत निर्धारित करती है। जिवें कि पेट्रोल का रेट की होएगा, डीजल का रेट की होएगा, एलपीजी का रेट की होएगा, सीएनजी का रेट की होएगा। उस वक्त डाकखाने में जाने रजिस्ट्री करानी है, पार्सल कराना है, उन ऊपर कितने दी टिकट लगेगी या रेल गड्डी का रेट कितना होएगा, बसां दे किराए कितने होंगे, बिजली का रेट कितना होएगा। ये सारियां कीमतां कौन निर्धारित करता है? सरकार करती है। हां वो सरकार दी की बनेगी कीमत नीति भी बनेगी। आपा होर ऐड करना चाहिए वो भी कर सकते हैं। पिंडां दे विच की हुंदा है जदों एक किसान अपनी फसल उगांदा है तां मंडी च लेके आंदा है तां ओनू एक चीज कही जाती है वो हुंदा है एमएसपी। एमएसपी मिनिमम सपोर्ट प्राइस, न्यूनतम समर्थन मूल्य। मतलब उन्हें क्या जाता है भी अगर मान लो कनक का एमएसपी जुड़ा है वो 2000 रुपए हो गया। सरकार कहती है किसान को भी तो अपनी फसल लेके बाजार में आ, जिन्हों दिल करता है उन्हों बेच। अगर कोई ना खरीदे 2000 रुपए ते असि खरीदन नूं तैयार बैठे हैं। मतलब किसान नूं एक तरह का समर्थन दिता जा रहा है, उन्हों हौसला दिता जा रहा है भी अगर कोई तेरी फसल नहीं खरीदेगा असि जरूर बैठे हैं, असि तेरी फसल 2000 रुपए दे विच जरूर खरीदांगे। एक तरह का किसान का की हो गया इंश्योरेंस हो गया। वो की है वो सरकार दी कीमत नीति है। ता सरकार मेनली तीन नीतियां बनाती है। एक राजकोषीय नीति जिहड़ी आमदन ते खर्चे नाल संबंधित है, मौद्रिक नीति जिहड़ी मुद्रा दी मांग ते मुद्रा दी पूर्ति नाल संबंधित है, तीसरी आदि कीमत नीति। ठीक हो गया। इस तो बाद एक छोटा जिहा टॉपिक होर आ जाता है, ਉਹਨੂੰ ਆਪਾਂ ਕਹਿੰਦੇ ਹਾਂ ਆਰਥਿਕ
प्रबंध। हुण आर्थिक प्रबंध की ने आर्थिक मतलब कोई अर्थव्यवस्था, अर्थव्यवस्था का प्रबंध, प्रबंध मतलब सिस्टम कौन चलांदा पे है। देखो आप अपनी अर्थव्यवस्था चलानी है, आप दे ਆਪਾਂ ਆਪਣੀ ਅਰਥਵਿਵਸਥਾ ਚਲਾਣੀ ਹੈ ਤਾਂ ਉਸ ਅਰਥਵਿਵਸਥਾ ਨੂੰ ਚਲਾਉਣ ਵਾਸਤੇ ਆਪਾਂ ਨੂੰ ਕੀ ਕਰਨਾ ਪਏਗਾ, ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਲਗਾਣੀ ਪਏਗੀ। ਹੁਣ ਉਹ ਜ਼ਿੰਮੇਵਾਰੀ ਕੌਣ ਚੁੱਕੇਗਾ, ਉਹ ਕੀ ਹੈ, ਉਹ ਆਪਣਾ ਆਰਥਿਕ ਪ੍ਰਬੰਧ ਹੋਏਗਾ। ਹੁਣ ਜ਼ਿੰਮੇਵਾਰੀ ਕੌਣ ਚੁੱਕ ਸਕਦਾ ਹੈ, ਪਹਿਲਾ ਉਹਨੂੰ ਆਪਾਂ ਕਹਿੰਦੇ ਆ ਆਪਣੀ ਅਰਥਵਿਵਸਥਾ ਕੀ ਹੋ ਸਕਦੀ ਹੈ, ਪੂੰਜੀਵਾਦੀ ਹੋ ਸਕਦੀ ਹੈ। ਪੂੰਜੀਵਾਦੀ ਪ੍ਰਬੰਧ मतलब पूंजीवादी की हुंदा है पूंजी यानी कि पैसा, जिसदे कोल पैसा होएगा वो प्रधान होएगा। यानी पूंजीवादी अर्थव्यवस्था च की हुंदा है जेड़े प्राइवेट सेक्टर वाले ने सारियां दियां सारियां चीजां उन्हां नूं दे दित्तियां जांदियां ने। मतलब केड़ी चीज बनानी है, किवें बनानी है, किंदे वास्ते बनानी है, ये सारियां चीजां कौन निर्धारित करेगा, ये प्राइवेट लोग निर्धारित करेंगे। प्राइवेट लोग हुण अगर काम करनगे तो किस वास्ते करनगे, वो करनगे मुनाफा कमाने वास्ते। ता जेडी पूंजीवादी अर्थव्यवस्था हुंदी है एंदा मेन उद्देश्य की हुंदा है लाभ कमाना। क्योंकि प्राइवेट सेक्टर वाले जेडे ने अगर उन्हां दे हत्थे कोई चीज आएगी, उन्हां ने लोकां दी भलाई नहीं सोचनी, उन्हां ने सिर्फ ते सिर्फ आदा फायदा सोचना है। जेड़ियां चीजां बनाणगे वो सिर्फ ते सिर्फ आदे फायदे नूं वध तो वध करन वास्ते बनाणगे। सरकार किसी प्राइवेट बंदे दे काम दे विच किसी तरह की दखलअंदाजी नहीं करेगी। मतलब जिन्ने भी फैसले लेने ने अपनी अर्थव्यवस्था दे बारे वो कौन लेगा, वो प्राइवेट लोग ही लेंगे। उन्होंने ਆਪਾਂ ਕਹਿੰਦੇ ਆ पूंजीवादी अर्थव्यवस्था। दूजी ਜਿਹੜੀ है वो ਹੁੰਦੀ है ਉਹਨੂੰ ਆਪਾਂ ਕਹਿੰਦੇ ਆ समाजवादी अर्थव्यवस्था। समाजवादी यानी ਹੁਣ कौन डिसीजन लेगा, समाज, यानी समाज के आधार पे सारियां चीजां किंदे हाथ होंगियां, सरकार दे हाथ होंगियां। मतलब केड़ी चीज पैदा करनी है, किवें करनी है, किंदे वास्ते करनी है, ये सारे फैसले कौन लेगा, सरकार लेगी। मतलब सारियां चीजां दे फैसले सरकार ले रही है। हुण जो सारियां चीजां दे फैसले सरकार लेगी तां सरकार दा उद्देश्य की है, सरकार कदे भी लाभ कमाने से काम नहीं करती। सरकार का काम प्रॉफिट कमाना नहीं हैगा, उनका काम की है, उनका काम है लोकां दा कल्याण करना, लोकां दी भलाई करनी। मतलब अगर सरकार कोई फैसले लेगी तो किंदे वास्ते लेगी, इस तरह लेगी जिंदा नाल लोकां दी भलाई वध तो वध हो सके। तीसरी जेड़ी है वो इन्हां दोनां दा मिक्स है, जिस करके उन्होंने ਆਪਾਂ ਕਹਿੰਦੇ ਆ मिश्रित अर्थव्यवस्था। हुण मिश्रित अर्थव्यवस्था की चीज है, ਇਹਦੇ ਚ ਕੀ ਹੋਏਗਾ, ਇਹਦੇ ਚ ਪ੍ਰਾਈਵੇਟ ਵੀ ਹੋਣਗੇ ਤੇ ਨਾਲ ਸਰਕਾਰ ਵੀ ਹੋਏਗੀ। ਜਿਵੇਂ ਇੰਡੀਆ ਜਿਹੜਾ ਹੈ ਉਹ ਮਿਸ਼ਰਿਤ ਅਰਥਵਿਵਸਥਾ ਦੀ ਸਭ ਤੋਂ ਬੈਸਟ ਐਗਜ਼ਾਮਪਲ ਹੈ। ਵੀ ਸਰਕਾਰ ਨੇ ਕੀ ਕੀਤਾ ਹੋਇਆ ਹੈ, ਜਿਹੜੀਆਂ ਮੇਨ ਚੀਜ਼ਾਂ ਨੇ ਉਹ ਸਾਰੀਆਂ ਸਰਕਾਰ ਨੇ ਆਦੇ ਹੱਥ ਵਿੱਚ ਰੱਖੀਆਂ ਹੋਈਆਂ ਨੇ। ਜਿਵੇਂ ਬਿਜਲੀ ਸਰਕਾਰ ਨੇ ਆਦੇ ਹੱਥ ਵਿੱਚ ਰੱਖੀ ਹੋਈ ਹੈ, ਰੇਲਵੇ ਸਰਕਾਰ ਨੇ ਆਦੇ ਹੱਥ ਵਿੱਚ ਰੱਖੀ ਹੋਈ ਹੈ। ਹੁਣ ਹਾਲਾਂਕਿ ਥੋੜੀਆਂ ਬਹੁਤੀਆਂ ਟ੍ਰੇਨਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਵੀ ਕੀਤਾ ਗਿਆ, ਪਰ ਹਾਲੇ ਵੀ ਬਹੁਤ ਸਾਰੇ ਜਿਹੜਾ ਰੇਲਵੇ ਹੈ ਉਹ ਸਰਕਾਰ ਦੇ ਹੱਥ ਵਿੱਚ ਹੈ। ਹੁਣ ਸਰਕਾਰ ਨੇ ਪੈਟਰੋਲ ਦੇ ਰੇਟ, ਡੀਜ਼ਲ ਦਾ ਰੇਟ, ਐਲਪੀਜੀ ਦਾ ਰੇਟ ਇਹ ਆਦੇ ਹੱਥ ਵਿੱਚ ਰੱਖੇ ਹੋਏ ਨੇ। ਕਿਉਂ ਰੱਖੇ ਹੋਏ ਨੇ, ਕਿਉਂਕਿ ਸਰਕਾਰ ਨੂੰ ਲੱਗਿਆ ਵੀ ਅਗਰ ਇਹ ਚੀਜ਼ਾਂ ਪ੍ਰਾਈਵੇਟ ਲੋਕਾਂ ਦੇ ਹੱਥੇ ਆ ਗਈਆਂ ਤਾਂ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦੇਣਗੇ। ਆਪਾਂ ਬਿਜਲੀ ਬਿਨਾਂ ਤਾਂ ਨਹੀਂ ਰਹਿ ਸਕਦੇ, ਆਪਾਂ ਪੈਟਰੋਲ ਬਿਨਾਂ, ਡੀਜ਼ਲ ਬਿਨਾਂ, ਗੈਸ ਬਿਨਾਂ ਨਹੀਂ ਰਹਿ ਸਕਦੇ। ਅਗਰ ਪ੍ਰਾਈਵੇਟ ਲੋਕਾਂ ਦੇ ਹੱਥ ਆ ਗਈ ਇਹ ਚੀਜ਼ ਤਾਂ ਆਪਾਂ ਨੂੰ ਲੁੱਟਣਗੇ। ਤਾਂ ਸਰਕਾਰ ਨੇ ਇਹ ਚੀਜ਼ਾਂ ਆਦੇ ਹੱਥੇ ਰੱਖ ਲਈਆਂ। बाकी ਜਿਹੜੀਆਂ ਘੱਟ ਇੰਪੋਰਟੈਂਟ ਚੀਜ਼ਾਂ ਨੇ ਉਹ ਕਿਹਨੂੰ ਦਿੱਤੀਆਂ, ਉਹ ਪ੍ਰਾਈਵੇਟ ਵਾਲਿਆਂ ਨੂੰ ਦਿੱਤੀਆਂ। ਵੀ ਜਾਓ ਤੁਸੀਂ ਜੋ ਮਰਜ਼ੀ ਕੀਮਤ ਲਓ। ਸਰਕਾਰ ਕਹਿੰਦੀ ਹੈ ਅਸੀਂ ਆਦਾ ਕੰਮ ਕਰਾਂਗੇ ਲੋਕਾਂ ਦੇ ਕਲਿਆਣ ਵਾਸਤੇ, ਤੁਸੀਂ ਆਪਦਾ ਕੰਮ ਕਰੋ ਲਾਭ ਕਮਾਉਣ ਵਾਸਤੇ। ਸਰਕਾਰ ਕਹਿੰਦੀ ਹੈ ਸਾਡੇ ਸਰਕਾਰੀ ਸਕੂਲ ਨੇ ਅਸੀਂ ਉਹਨਾਂ 'ਚ ਪੜ੍ਹਾਈ ਕਰਾਉਂਦੇ ਆ, ਜਿੰਨੇ ਸਾਡੇ ਕੋਲ ਪੜ੍ਹਨਾ ਹੈ ਆਓ ਮੋਸਟ ਵੈਲਕਮ, ਅਸੀਂ ਤੁਹਾਨੂੰ बिना किसी भेदभाव तो ਤੁਹਾਡੀ ਅਸੀਂ ਪੜ੍ਹਾਈ ਕਰਾਵਾਂਗੇ, ਤੁਹਾਡੇ ਕੋਲ ਫੀਸ ਵੀ ਨਹੀਂ ਲਵਾਂਗੇ, ਹਰ ਇੱਕ ਚੀਜ਼ ਤੁਹਾਨੂੰ ਅਸੀਂ ਸੁਵਿਧਾ ਵੀ ਦਿਆਂਗੇ।
देंगे। जिंदे कोल कोई ज्यादा पैसे हैगे ने, जे उन्हें प्राइवेट स्कूल च जाना है तो जा सकता है, कोई प्राइवेट स्कूल वाले तो फ्री नहीं पढ़ाएंगे, उन्होंने तो लाभ कमाने ने, वो तो फीसा लैन भी लैणगे। इसे तरह सरकारी हस्पताल भी हैगे ने, प्राइवेट हस्पताल भी हैगे ने, सरकारी बसां भी हैगियां ने, प्राइवेट बसां भी हैगियां ने। ता सरकार भी काम कर रही है, नाल दे नाल प्राइवेट लोग भी काम कर रहे ने। ता एक जेहड़ी अर्थव्यवस्था होगी ये अपनी मिश्रित अर्थव्यवस्था जेहड़ी है वो होगी। ता अर्थव्यवस्था कितनी तरह की हुंदी है? तीन तरह की, पूंजीवादी जिहदे सिर्फ प्राइवेट लोग ही होंगे, समाजवादी जिहदे सारा कुछ सरकार दे हत्थे होएगा, मिश्रित दोनों मिल के काम करनगे। ता ये अपना अज दा लेक्चर सी। अगर कोई चीज ना समझ आई होवे ता कमेंट बॉक्स विच उन्होंने जरूर लिखिया जे। थैंक यू वेरी मच।